Good morning students. Our next chapter is concavity and convexity. ਜਿਸ ਦੇ ਵਿੱਚ ਦੇਖੋ ਹੁਣ ਤੁਹਾਡੇ ਕੋਲ ਇੱਕ ਫਸਟ ਐਗਜ਼ਾਮਪਲ ਆਂਗੀ ਡਾਇਗਰਾਮ ਜਿਸ ਦੇ ਵਿੱਚ ਇੱਕ ਕਰਵ ਨੀਚੋਂ ਵੱਲ ਤੋਂ ਉੱਪਰ ਵੱਲ ਨੂੰ ਜਾ ਰਿਹਾ ਹੈਗਾ। ਸੈਕਿੰਡ ਐਗਜ਼ਾਮਪਲ ਦੇ ਵਿੱਚ ਨੀਚੇ ਵੱਲ ਨੂੰ ਆ ਰਿਹਾ ਹੈਗਾ ਐਂਡ ਦਿਸ ਐਗਜ਼ਾਮਪਲ ਤਾਂ ਇਸ ਦੇ ਵਿੱਚ ਦੇਖੋ ਕਹਿੰਦੇ ਪੋਰਸ਼ਨ ਆਫ ਦਾ ਕਰਵ ਔਨ ਦਾ ਬੋਥ ਸਾਈਡ ਆਫ ਪੀ ਦੇ ਇਸ ਸਾਈਡ however small it may be lies above the tangent at P। ਇੱਕ ਟੇਂਜੈਂਟ ਡਰਾ ਕੀਤੀ ਆਪਾਂ ਨੇ P ਉਸ ਦੇ ਅਬੱਬ ਜਾ ਰਿਹਾ ਹੈਗਾ, ਠੀਕ ਹੈ, ਇਸ ਲਈ ਇਹਨੂੰ ਕਹਾਂਗੀ ਕਨਕੇਵ ਅਪਵਰਡ। ਸੈਕਿੰਡ ਐਗਜ਼ਾਮਪਲ ਦੇ ਵਿੱਚ ਤੁਸੀਂ ਇੱਕ ਟੇਂਜੈਂਟ ਡਰਾ ਕੀਤੀ ਉਸ ਦੇ ਇਹ ਡਾਊਨਵਰਡ ਹੈ, ਇਸ ਲਈ ਇਸ ਨੂੰ ਕਹਾਂਗੇ ਆਪਾਂ ਕਨਕੇਵ ਡਾਊਨਵਰਡ, ਠੀਕ ਹੈ। ਇਹ ਕਨਕੇਵ ਅਪਵਰਡ ਹੈ ਐਂਡ ਕਨਵੈਕਸ ਡਾਊਨਵਰਡ। ਇੱਥੇ ਆਪਣੇ ਕੋਲ ਕਨਕੇਵ ਡਾਊਨਵਰਡ ਐਂਡ ਕਨਵੈਕਸ ਅਪਵਰਡ ਹੈ ਐਟ ਪੁਆਇੰਟ P ਦੇ ਉੱਪਰ। ਅਤੇ ਇਹਨਾਂ ਨੂੰ ਆਪਾਂ ਚੈੱਕ ਕਰਿਆ ਕਰਾਂਗੇ ਕਿ ਗਿਵਨ ਕਰਵ ਦੇ ਦਿਆ ਕਰਨਗੇ ਤੁਹਾਨੂੰ, ਜਿੱਦਾਂ y = x ਕਿਊ, ਤਾਂ ਉਸ ਕਰਵ ਨੂੰ ਚੈੱਕ ਕਰਨਾ ਹੈਗਾ ਵੀ ਆਪਾਂ ਕਨਕੇਵ ਅਪਵਰਡ ਆ ਜਾਂ ਕਨਕੇਵ ਡਾਊਨਵਰਡ ਆ। ਵਰਕਿੰਗ ਮੈਥਡ ਫॉर ਕਨਵੈਕਸਿਟੀ ਐਂਡ ਕਨਕੇਵਿਟੀ। ਫਸਟ ਆਪਾਂ ਡਬਲ ਡੈਰੀਵੇਟਿਵ ਫਾਈਂਡ ਕੀਤਾ ਅਤੇ ਉਸ ਤੋਂ ਬਾਅਦ ਆਪਾਂ ਇੱਕ ਪੁਆਇੰਟ ਇੰਟਰਵਲ ਫਾਈਂਡ ਕਰਿਆ ਕਰਾਂਗੇ A B, ਜਿਸ ਦੇ ਉੱਪਰ ਆਪਣਾ ਅਗਰ ਡੈਰੀਵੇਟਿਵ ਗ੍ਰੇਟਰ ਆ 0 ਤੋਂ ਮੀਨਸ ਪੋਜ਼ੀਟਿਵ ਆ ਰਿਹਾ ਤਾਂ ਉਹ ਕਨਵੈਕਸ ਡਾਊਨਵਰਡ ਆ, ਠੀਕ ਹੈ। ਅਗਰ ਲੈਸ ਆ ਰਿਹਾ ਦੈਨ ਕਨਵੈਕਸ ਅਪਵਰਡ ਆ, ਠੀਕ ਹੈ। ਵਰਕਿੰਗ ਮੈਥਡ ਅਗਰ ਆਪਾਂ ਨੇ ਪੁਆਇੰਟ ਆਫ ਇਨਫਲੈਕਸ਼ਨ ਫਾਈਂਡ ਕਰਨਾ ਉਸ ਦੇ ਲਈ ਵੀ ਫਸਟ 'ਤੇ ਆਪਾਂ ਡਬਲ ਡੈਰੀਵੇਟਿਵ ਫਾਈਂਡ ਕਰਨ ਤੋਂ ਬਾਅਦ ਡਬਲ ਡੈਰੀਵੇਟਿਵ ਨੂੰ 0 ਦੇ ਕੋਲ ਰੱਖ ਕੇ ਪੁਆਇੰਟਸ ਫਾਈਂਡ ਕਰ ਲਿਆ ਕਰਾਂਗੇ x y ਦੇ, ਠੀਕ ਹੈ। ਵੈਲਿਊ ਆਫ x ਕਹਿੰਦੇ ਇਫ ਡਜ਼ ਨਾਟ ਵੇਅਰ ਡਜ਼ ਨਾਟ ਐਗਜ਼ਿਸਟ, ਤਾਂ ਆਪਾਂ ਕੋਈ A B ਪੋਸੀਬਲ ਪੁਆਇੰਟਸ ਲੈ ਕੇ ਕਰਾਂਗੇ, ਉਹ ਕੀ ਹੋਇਆ ਕਰਨਗੇ ਇਨਫਲੈਕਸ਼ਨ ਦੇ ਪੁਆਇੰਟਸ ਹੋਇਆ ਕਰਨਗੇ। ਅਗਰ x = A ਵਿਲ ਵੀ ਪੁਆਇੰਟ ਆਫ ਇਨਫਲੈਕਸ਼ਨ, ਮਤਲਬ ਇੱਥੇ ਆਪਾਂ ਨੇ ਡਬਲ ਡੈਰੀਵੇਟਿਵ ਨੂੰ 0 ਦੇ ਉੱਪਰ ਰੱਖਿਆ, ਆਪਣਾ ਕੋਈ ਪੁਆਇੰਟ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਆਈਦਰ ਇਸ ਪੁਆਇੰਟ ਦੇ ਉੱਪਰ, ਠੀਕ ਹੈ, ਡੈਰੀਵੇਟਿਵ ਦਾ ਸਾਈਨ ਚੇਂਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਹੈਗਾ, ਉਸ ਦੇ ਅਕੋਰਡਿੰਗ ਕੰਡੀਸ਼ਨ ਚੈੱਕ ਕਰਕੇ ਆਪਾਂ ਦੱਸਿਆ ਕਰਾਂਗੇ ਵੀ ਪੁਆਇੰਟ ਆਫ ਇਨਫਲੈਕਸ਼ਨ ਹੈ ਜਾਂ ਨਹੀਂ ਹੈਗਾ, ਠੀਕ ਹੈ। ਹੁਣ ਦੇਖੋ ਫਸਟ ਦੇ ਪਹਿਲਾਂ ਤੁਹਾਨੂੰ y = e⁻x ਕਰਵ ਦਿੱਤਾ ਹੋਇਆ ਹੈਗਾ, ਜਿਸ ਦੇ ਵਿੱਚ ਆਪਾਂ ਨੇ ਕਨਕੇਵ ਅਪਵਰਡ ਚੈੱਕ ਕਰਨਾ ਹੈ। y = e⁻x ਫਸਟ ਡੈਰੀਵੇਟਿਵ ਫਾਈਂਡ ਕੀਤਾ, ਕਿੰਨਾ ਹੈਗਾ e⁻x ਆ ਗਿਆ। ਸੈਕਿੰਡ ਡੈਰੀਵੇਟਿਵ ਵੀ ਕਿੰਨਾ ਹੈਗਾ e⁻x ਹੀ ਹੈਗਾ। ਆਪਣਾ ਜੋ ਐਕਸਪੋਨੈਂਸ਼ੀਅਲ ਫੰਕਸ਼ਨ ਹੁੰਦਾ ਉਹ ਆਲਵੇਜ਼ ਗ੍ਰੇਟਰ ਦੈਨ 0 ਹੁੰਦਾ ਹੈਗਾ, ਇਸ ਲਈ ਕੀ ਹੋ ਗਿਆ ਆਪਣਾ ਕਰਵ ਆ ਜੋ ਉਹ ਅਪਵਰਡ ਆਏਗਾ, ਠੀਕ ਹੈ। ਇੱਕ ਕੰਡੀਸ਼ਨ ਹੁੰਦੀ ਹੈ ਵੀ ਜੋ ਡਬਲ ਡੈਰੀਵੇਟਿਵ ਗ੍ਰੇਟਰ ਆ ਜੀ 0 ਤੋਂ, ਤਾਂ ਆਪਣਾ ਕਰਵ ਕਨਕੇਵ ਅਪਵਰਡ ਹੋਏਗਾ। ਨੈਕਸਟ ਦੇਖੋ ਤੁਹਾਡੇ ਕੋਲੇ y = log x ਗਿਵਨ ਆ। log x ਦਾ ਡੈਰੀਵੇਟਿਵ ਕਿੰਨਾ ਹੁੰਦਾ 1/x, ਠੀਕ ਹੈ। ਜਦੋਂ ਡਬਲ ਡੈਰੀਵੇਟਿਵ ਫਾਈਂਡ ਕੀਤਾ ਆਪਾਂ ਨੇ ਉਹ ਕਿੰਨਾ ਆਉਂਦਾ ਹੁੰਦਾ ਹੈਗਾ -1/x², ਮੀਨਸ ਆਪਣਾ ਡਬਲ ਡੈਰੀਵੇਟਿਵ ਕੀ ਆਇਆ ਲੈਸ ਦੈਨ 0 ਆਇਆ, ਇਸ ਲਈ ਆਪਣਾ ਕਰਵ ਆ ਜੋ ਕੀ ਹੈਗਾ ਕਨਕੇਵ ਡਾਊਨਵਰਡ ਹੈਗਾ, ਠੀਕ ਹੈ। ਥਰਡ ਦੇ ਵਿੱਚ ਆਪਣੇ ਕੋਲੇ x ਦੀ ਪਾਵਰ 1/3 ਗਿਵਨ ਆ, ਉਸ ਦੇ ਅਕੋਰਡਿੰਗ ਤੁਸੀਂ ਨੇ ਡੈਰੀਵੇਟਿਵ ਫਾਈਂਡ ਕੀਤਾ ਫਸਟ, ਉਸ ਤੋਂ ਬਾਅਦ ਸੈਕਿੰਡ ਡੈਰੀਵੇਟਿਵ ਫਾਈਂਡ ਕੀਤਾ, ਤਾਂ ਇਸ ਤੋਂ ਮੀਨਸ ਇਹ ਕਿੰਨਾ ਆ ਗਿਆ 2/9 x ਦੀ ਪਾਵਰ 5.3। ਹੁਣ ਅਗਰ ਇਸ ਨੂੰ ਲਿਖੀਏ ਤਾਂ ਇਸ ਨੂੰ ਆਪਾਂ ਇਸ ਅਕੋਰਡਿੰਗ ਵੀ ਲਿਖ ਸਕਦੇ ਹਾਂ। ਇਸ ਪੁਆਇੰਟ ਜੇ ਅਗਰ ਇਸ ਪੁਆਇੰਟ ਦੇ ਉੱਪਰ ਆਪਾਂ x ਨੂੰ 0 ਪੁੱਟ ਕਰ ਦਾਂਗੇ ਦੈਨ 1/0 ਕਿੰਨਾ ਆ ਜਾਊ ਨੋਟ ਡਿਫਾਈਨਡ, ਇਸ ਲਈ ਕਲੀਅਰਲੀ ਕਿਹਾ ਵੀ ਡਬਲ ਡੈਰੀਵੇਟਿਵ 0 ਪੁਆਇੰਟ ਦੇ ਉੱਪਰ ਐਗਜ਼ਿਸਟ ਨਹੀਂ ਕਰਦਾ ਹੈਗਾ, ਠੀਕ ਹੈ। ਇਹ ਆਪਣਾ ਲੈਸ ਦੈਨ 0 ਆ ਰਿਹਾ, ਕਹਿੰਦੇ ਜੇ ਇਹ ਗ੍ਰੇਟਰ ਦੈਨ 0 ਹੋਏਗਾ ਜਦੋਂ ਆਪਾਂ x ਦੀ ਵੈਲਿਊ ਲੈਸ ਦੈਨ 0 ਲਵਾਂਗੇ, ਕਿਉਂਕਿ ਅਗਰ ਆਪਾਂ ਨੈਗੇਟਿਵ ਵੈਲਿਊਜ਼ ਲਵਾਂਗੇ x ਦੀਆਂ ਤਾਂ ਨੈਗੇਟਿਵ ਇੱਕ ਨੈਗੇਟਿਵ ਅੱਗੇ ਅਤੇ ਪੋਜ਼ੀਟਿਵ ਤਾਂ ਹੋਏਗਾ, ਤਾਂ ਆਪਣਾ ਡਬਲ ਡੈਰੀਵੇਟਿਵ ਗ੍ਰੇਟਰ ਦੈਨ 0 ਆਊਗਾ। ਅਤੇ ਅਗਰ ਆਪਾਂ x ਦੀ ਵੈਲਿਊ ਪੋਜ਼ੀਟਿਵ ਲਈ ਜਾਵਾਂਗੇ ਤਾਂ ਅੱਗੇ ਨੈਗੇਟਿਵ ਹੋਣ ਕਰਕੇ x ਦੀ ਵੈਲਿਊਜ਼ ਤਾਂ ਡੈਰੀਵੇਟਿਵ ਲੈਸ ਦੈਨ 0 ਆਏਗਾ, ਇਸ ਲਈ ਡੈਰੀਵੇਟਿਵ x 'ਤੇ ਡਿਪੈਂਡ ਕਰ ਰਿਹਾ ਹੈਗਾ ਚੇਂਜ ਸਾਈਨ x ਦੇ ਉੱਪਰ, ਇਸ ਲਈ x = 0 ਦੇ ਇਜ਼ ਪੁਆਇੰਟ ਆਫ ਇਨਫਲੈਕਸ਼ਨ, ਠੀਕ ਹੈ। ਨੈਕਸਟ ਆਪਣੇ ਕੋਲ 4 ਸੀਗਾ, ਇਸ ਲਈ ਫਸਟ ਡੈਰੀਵੇਟਿਵ ਫਾਈਂਡ ਕੀਤਾ, ਸੈਕਿੰਡ ਡੈਰੀਵੇਟਿਵ ਫਾਈਂਡ ਕੀਤਾ, ਥਰਡ ਫੋਰਥ ਡੈਰੀਵੇਟਿਵ ਫਾਈਂਡ ਕਰ ਲਿਆ, ਫਿਫਥ ਡੈਰੀਵੇਟਿਵ ਇਸ ਦਾ 0 ਆ ਗਿਆ। ਡਬਲ ਡੈਰੀਵੇਟਿਵ ਨੂੰ ਆਪਾਂ ਨੇ 0 ਦੇ ਉੱਪਰ ਰੱਖਿਆ ਤਾਂ 12x² ਨੂੰ 0 ਦੇ ਉੱਪਰ ਰੱਖੋਗੇ, x ਦੀ ਵੈਲਿਊ 0 ਆ ਗਈ, ਠੀਕ ਹੈ। ਅਗਰ ਨੈਕਸਟ ਦੇਖੋ ਤੁਸੀਂ ਫੋਰਥ ਡੈਰੀਵੇਟਿਵ ਦੇ ਵਿੱਚ ਇਹ ਕੌਨਸਟੈਂਟ ਆ, ਮਤਲਬ ਕੋਈ ਫਰਕ ਨਹੀਂ ਪੈ ਰਿਹਾ 0 ਆ, ਇਸ ਲਈ ਆਪਣਾ x ਕੀ ਹੈਗਾ ਪੁਆਇੰਟ ਆਫ ਇਨਫਲੈਕਸ਼ਨ, ਇਹਦਾ ਮੈਥਡ ਇਹ ਹੈਗਾ
चैक कर लो। देखो अपने कोले कहते इफ पॉइंट अपने कोले कोई भी nth डेरीवेटिव कर रहे हैं, ठीक है, उसके उपर वो नॉन जीरो आ रहा, जिमें आप एफ फोर्थ डेरीवेटिव दे कीता सी लास्ट एग्जाम्पल दे विच, तां अपना 24 आ रहा नॉट इक्वल टू जीरो वैन एन इज ईवन, एन ईवन ही है पावर, दैन एक्स इक्वल टू सी की होएगा पॉइंट ऑफ इनफ्लैक्शन होएगा। यह एक्स इक्वल टू सी पॉइंट आप डबल डेरीवेटिव के विचों फाइंड करा करांगे। हुण एक्स इक्वल टू सी अपने कोले अगर जीरो आ रहा, ठीक है, फॉर सम ईवन एन मतलब 4 दे लई 6 दे लई, तो उस तो नैक्सट दे लई यह नॉट इक्वल टू जीरो आ रहा, दैन इट इज़ उसनूं भी कहांगे आपां पॉइंट ऑफ इनफ्लैक्शन, ठीक है। मतलब हुण पहला F2 फाइंड किया, 2 फाइंड करन तो बाद F4 दे विच वैल्यूज़ पुट कीतियां, आया नॉट इक्वल टू जीरो, F5 दे उपर इत्थे अपने को जीरो आ गया एंड F5 के उपर नॉट इक्वल टू जीरो आया, तो ये फंक्शन अपना पॉइंट ऑफ इनफ्लैक्शन इत्थे भी होएगा, अगर 4 के उपर भी आ गया तो भी वो पॉइंट ऑफ इनफ्लैक्शन। फोर्थ एग्जाम्पल है जिहड़ी तुहाडी वो इंपॉर्टेंट एग्जाम्पल हैगी, जिस दे विच आपां नूं इंटरवल फाइंड करना, एक आपां नूं कर्व गिवन है वाई इज इक्वल टू कॉज एक्स प्लस साइन एक्स ई रेज टू पावर एक्स इज कन्वैक्स अपवर्ड एंड डाउनवर्ड आपां ने फाइंड करना इन्हें इंटरवल के उपर, तो पॉइंट ऑफ इनफ्लैक्शन भी फाइंड करना। देखो तुहाडे कोल एक वाई इज इक्वल टू कॉज एक्स प्लस साइन एक्स गिवन है, इसका अगर आप डेरीवेटिव फाइंड करांगे कितना आएगा, फस्ट फंक्शन इसका डेरीवेटिव किया, फिर फस्ट फंक्शन का डेरीवेटिव कॉज का माइनस साइन, साइन का कॉज डेरीवेटिव, तो इसमें जो सॉल्व करोगे ना, देखो अपने को साइन नाल साइन वाले कैंसल हो जाएंगे, कॉज कॉज वाले रह जाएंगे, ठीक है। नैक्सट हुण इसका सैकेंड डेरीवेटिव करना, ई रेज टू पावर एक्स एज इट, मतलब ई रेज टू पावर एक्स का डेरीवेटिव ई रेज टू पावर एक्स, सैकेंड तो जो कॉज का डेरीवेटिव किया कितना आ गया साइन एक्स, तो कि आ जाऊगा ई रेज टू पावर एक्स आप कॉमन निकाल लाँगे, कॉज एक्स माइनस साइन एक्स आ गया। नैक्सट हुण अपने अगर डबल डेरीवेटिव अपना ग्रेटर दैन है जीरो तो, ठीक है, मतलब ये पूरे का पूरा ग्रेटर दैन है जीरो तो, जे अगर जीरो तो ये ग्रेटर आ तो पूरे का पूरा अपने को ई रेज टू पावर एक्स का ग्रेटर दैन जीरो तो होंदा ही होंदा है, कॉज एक्स माइनस साइन एक्स सलैक्ट किया भी ग्रेटर है जीरो तो हुण इस तो बाद अपने की किया, कॉज एक्स के नाल रूट 2 की मल्टीप्लाई एंड डिवाइड किया, साइन एक्स नाल भी रूट 2 की मल्टीप्लाई एंड डिवाइड किया गया। हुण इसनूं आपां की लिख सकते हैं कि 1/√2, 1/रूट अपना जीरो साइड चल गया, 1/√2 कॉज एक्स माइनस 1/√2 साइन एक्स ग्रेटर दैन जीरो, 1/√2 आप की लिख सकते हैं साइन π/4, इत्थे आप इनू की लिख सकते हैं कॉज π/4। हुण साइन ए कॉज भी, कॉज ए साइन भी का फॉर्मूला होंदा साइन ए माइनस भी, ये फॉर्मूला लगाया तुसीं, ठीक है, ये ग्रेटर दैन है जीरो तो लेट कर लिया। हुण अगर हुण इस अकॉर्डिंग ही अगर इसनूं लैस दैन जीरो लेके चलोगे तो पूरी की पूरी कंडीशन तो सेम होगी, बस एंड ते आके अपने को साइन एक्स माइनस π/4 अगर आप इस साइन चेंज कर लीए π/4 माइनस एक्स नूं एक्स माइनस π/4 लिख लिए तो अपना साइन चेंज हो जाता, माइनस तो बहुत साइड लैके आने, इसलिए ये लैस दैन जीरो हो गया। हुण अपने कोले किहड़ी वैल्यूज़ के उपर एक्स माइनस π/4 है जिहड़ा कित्थे कित्थे लाई करदा, माइनस पाई तो जीरो एंड पाई तो 2π के विच, जिसदे विच एक्स बिलोंग करूगा जीरो तो 2π, मतलब इत्थे आप एक्स की वैल्यू जीरो लैने तो आंसर कितना आएगा माइनस π/4, अगर पाई लओगे दैन तो इट मीनस ये इसकी वैल्यूज़ अगर तुम एक्स दियाँ जीरो तो 2π के विच लओगे वैल्यूज़ तो वह इन्हां इंटरवल्स दे विच मतलब माइनस पाई तो लैके 2π के विच लाई करेगा अपना, तो इट मीनस की हो गया अपने को एक्स बिलोंग कर गया -3π इंटू π/4 5π/5। इस पॉइंट तो देखो ना अपने को एक्स माइनस π/4 बिलोंग कर रहा है -π to 0 यूनीयन π to 2π, ठीक है। तो हुण इस दे विच देखो अपने सारे इंटरवल दे विच उरे अपने को एक्स दे विचों π/4 माइनस हो रहेगा, पर आप अगर सिंपल एक्स लिखते हैं इट मीनस ਜਾਂ फिर आप ये कह दिए भी आप बोथ साइड सारे इंटरवल्स विच π/4 ऐड करता, तो इत्थे π/4 नाल π/4 कैंसल होकर सिंपल एक्स रह गया, इत्थे -π दे विच π/4 ऐड किया कितना जो -3π/4, जीरो दे विच π/4 ऐड किया π/4, पाई दे विच π/4 ऐड किया 5π/4 एंड 2π दे विच π/4 ऐड किया कितना आ जाएगा तुहाडे कोल 9π/4 आ जाएगा।
ਤਾਂ ਇਹ ਇੰਟਰਵਲਸ ਦਿਸ ਬਣ ਜਾਣਗੇ। ਇਟ ਮੀਨਸ ਅਗਰ ਇਹਨਾਂ ਨੂੰ ਯੂਨੀਅਨ ਦੇ ਵਿੱਚ ਲਿਖਿਆ ਜਾਊਗਾ ਨੈਗੇਟਿਵ ਤਾਂ ਪੁਆਇੰਟਸ ਆਪਾਂ ਲੈਂਦੇ ਨਹੀਂ, ਇਸ ਲਈ ਆਪਾਂ ਨੇ ਐਕਸ ਨੂੰ ਕੀ ਲਿਖ ਲਿਆ ਕਿ ਆਪਣੀ ਰੇਂਜ ਕੀ ਸੀ 0 ਤੋਂ 2π ਦੇ ਵਿੱਚ ਸੀ। ਤਾਂ ਐਕਸ ਆਪਣਾ 0 ਤੋਂ π/4 ਦੇ ਵਿਚਕਾਰ ਮਿਡ ਪੁਆਇੰਟਸ ਐਂਡ 5/4 ਤੋਂ 2π ਦੇ ਵਿੱਚ ਆਪਣਾ ਇੱਕ ਕਰਵ ਆ ਜਿਹੜਾ ਉਹ ਲਾਈ ਕਰੂਗਾ। ਅਤੇ ਇਹਨਾਂ ਪੁਆਇੰਟਸ ਦੇ ਵਿੱਚ ਆ ਜਿਹੜਾ ਆਪਣਾ ਕਰਵ ਅਪਵਰਡ ਹੋਏਗਾ। ਸੇਮ ਇਸ ਦੇ ਅਕੋਰਡਿੰਗ ਹੀ ਲੈਸ ਦੈਨ ਦੀ ਕੰਡੀਸ਼ਨ ਲੈ ਕੇ ਚੱਲਣੀ ਸੀ, ਤਾਂ ਉੱਥੇ ਤੱਕ ਸੇਮ ਹੀ ਹੈ। ਐਕਸ ਸਾਈਨ ਐਕਸ ਮਾਈਨਸ π/4 ਆਪਣੇ ਕੋਲੇ, ਉੱਥੇ ਆਪਾਂ ਕਹਿ ਰਹੇ ਸੀਗੇ ਵੀ ਉਹ ਲੈਸ ਦੈਨ 0 ਆ, ਇੱਥੇ ਆਪਾਂ ਗ੍ਰੇਟਰ ਦੈਨ 0 ਲੈ ਕੇ ਚੱਲ ਪਾਂਗੇ। ਹੁਣ 0 ਤੋਂ ਗ੍ਰੇਟਰ ਕਿਹੜੇ ਵੈਲਿਊਜ਼ ਹੋਣਗੀਆਂ 5/4 ਅਤੇ ਇਹਨਾਂ ਦੇ ਉੱਪਰ ਦੇਖੋ ਹੁਣ 0 ਤੋਂ ਗ੍ਰੇਟਰ π/4 ਅਤੇ 5π/4 ਆਪਣੇ ਪੁਆਇੰਟਸ ਨੇਗੇ ਜਿਹਦੇ ਵਿੱਚ ਇਹ ਲਾਈ ਕਰਦੇ, ਇਸ ਲਈ ਇਹਨਾਂ ਦੋਨੋਂ ਪੁਆਇੰਟਸ ਦੇ ਉੱਪਰ ਇਹ ਅਪ ਡਾਊਨਵਰਡ ਹੈਗਾ, ਇਹਨਾਂ ਦੇ ਵਿੱਚ ਉਹ ਨਾਲ 0 ਅਤੇ 2π ਦੇ ਵਿੱਚ ਜਾ ਕੇ ਉਹ ਅਪਵਰਡ ਹੋ ਰਿਹਾ ਸੀਗਾ। ਅਗਰ ਪੁਆਇੰਟ ਆਫ ਇਨਫਲੈਕਸ਼ਨ ਫਾਈਂਡ ਕਰਨਾ ਤਾਂ ਤੁਸੀਂ ਸੈਕਿੰਡ ਡੈਰੀਵੇਟਿਵ ਤੋਂ ਬਾਅਦ ਥਰਡ ਡੈਰੀਵੇਟਿਵ ਫਾਈਂਡ ਕਰ ਲਓਗੇ। ਇੱਥੇ ਤੱਕ ਕੰਪਲੀਟ ਹੋਇਆ ਡੈਰੀਵੇਟਿਵ ਫਾਈਂਡ ਕਰਨਾ। ਨੈਕਸਟ ਤੁਸੀਂ ਕੀ ਕਰਨਾ, ਡਬਲ ਡੈਰੀਵੇਟਿਵ ਨੂੰ 0 ਦੇ ਇੱਕੋ ਰੱਖੋਗੇ। 0 ਦੇ ਇੱਕੋ ਰੱਖਣ ਤੋਂ ਬਾਅਦ cos x ਮਾਈਨਸ sin x ਇਕੁਅਲ ਟੂ 0, ਤਾਂ ਬੋਥ ਸਾਈਡ ਆਪਾਂ ਨੇ cos ਨਾਲ ਡਿਵਾਈਡ ਕੀਤਾ ਤਾਂ tan x ਇਕੁਅਲ ਟੂ 1। ਹੁਣ tan ਦੀ ਵੈਲਿਊ 1 ਕਿੰਨੇ 'ਤੇ ਹੁੰਦੀ ਆ π/4 'ਤੇ ਐਂਡ 5π/4 'ਤੇ, ਮਤਲਬ ਆਪਾਂ ਪਾਈ ਪਲੱਸ ਕਰ ਦੇਖ ਲੈਂਦੇ ਹੁੰਦੇ ਹਾਂ। π/4 ਦੇ ਵਿੱਚ ਪਾਈ ਪਲੱਸ ਕੀਤਾ ਕਿੰਨਾ ਜੂਗਾ ਆਪਣੇ ਕੋਲੇ 5π/4। ਅਗਰ ਨੈਕਸਟ ਦੇਖਣਾ ਤਾਂ ਇਸ ਦੇ ਵਿੱਚ ਵੀ ਪਾਈ ਐਡ ਕਰ ਲਿਆ ਕਰੋ, ਠੀਕ ਹੈ। ਪਾਈ ਦੇ ਉੱਪਰ ਕਿਉਂਕਿ ਆਪਣਾ ਹੈਗਾ ਜਿਹੜਾ ਆਪਣੇ ਟੈਨ ਕੋਈ ਵੀ ਐਂਗਲ ਹੈਗਾ ਟ੍ਰਿਗਨੋਮੈਟ੍ਰਿਕ ਫੰਕਸ਼ਨ ਉਹ ਸੇਮ ਰਹਿੰਦਾ ਹੈਗਾ ਪਾਈ ਦੇ ਉੱਪਰ। ਦੈਨ ਐਕਸ ਇਕੁਅਲ π/4 ਪੁੱਟ ਕੀਤਾ ਥਰਡ ਡੈਰੀਵੇਟਿਵ ਦੇ ਵਿੱਚ। ਸੈਕਿੰਡ ਡੈਰੀਵੇਟਿਵ ਨੂੰ 0 ਦੇ ਇੱਕੋ ਰੱਖਣ ਤੋਂ ਬਾਅਦ ਆਪਾਂ ਨੇ ਵੈਲਿਊਜ਼ ਫਾਈਂਡ ਕੀਤੀਆਂ ਐਕਸ ਦੀਆਂ, ਉਹਨਾਂ ਨੂੰ ਥਰਡ ਡੈਰੀਵੇਟਿਵ ਦੇ ਵਿੱਚ ਪੁੱਟ ਕੀਤਾ, ਠੀਕ ਹੈ। ਐਕਸ ਨੂੰ π/4 ਪੁੱਟ ਕੀਤਾ, ਇਸ ਦੇ ਵਿੱਚ e⁻π/4 sin π/4, ਦੈਨ ਇਹ ਕਿੰਨਾ ਆ ਰਿਹਾ ਨੋਟ ਇਕੁਅਲ ਟੂ 0 ਆ ਰਿਹਾ, ਇੱਦਾਂ ਹੀ 5π/4 ਦੇ ਉੱਪਰ। ਦੈਨ ਨਾਓ ਜਦੋਂ ਆਪਣਾ ਐਕਸ ਇਕੁਅਲ π/4 ਦੇ ਉੱਪਰ ਇਹ ਨੋਟ ਇਕੁਅਲ ਟੂ 0 ਆ, ਤਾਂ ਇਸ ਨੂੰ ਜੋ ਆਪਾਂ ਨੂੰ ਕਰਵ ਗਿਵਨ ਸੀਗਾ ਉਸ ਦੇ ਵਿੱਚ ਪੁੱਟ ਕਰਕੇ ਤਾਂ ਤੁਹਾਡੇ ਕੋਲ ਆ ਵੈਲਿਊਜ਼ ਆ ਗਈ। ਇੱਦਾਂ ਹੀ 5π/4 ਪੁੱਟ ਕੀਤਾ, ਉਸ ਦੇ ਉੱਪਰ ਤੁਹਾਡੀ ਇਹ ਵੈਲਿਊਜ਼ ਆ ਗਈ। ਇਟ ਮੀਨਸ ਆਪਣੇ ਕੋਲ ਕਰਵ ਆ ਜੋ ਆਪਾਂ ਨੂੰ 5π/4 ਦੇ ਉੱਪਰ ਕਿੰਨਾ ਪੁਆਇੰਟ ਦੇ ਰਿਹਾ ਦਿਸ, ਐਂਡ 5π/4 ਦੇ ਉੱਪਰ ਆਪਣੇ ਕੋਲ ਦਿਸ ਪੁਆਇੰਟਸ ਆ ਰਹੇ ਨੇ, ਤਾਂ ਇਹ ਪੁਆਇੰਟ ਆਫ ਇਨਫਲੈਕਸ਼ਨ ਮੀਨਸ ਆਪਾਂ ਨੇ ਉਰੇ ਐਕਸ ਦੀ ਵੈਲਿਊ π/4 ਤੀ, ਤੇ ਇਹਨੂੰ ਫੰਕਸ਼ਨ ਦੇ ਵਿੱਚ ਪੁੱਟ ਕਰ ਲਿਆ ਤਾਂ ਇਹ y ਦੀ ਵੈਲਿਊਜ਼ ਆ ਗਈ। ਇੱਥੇ x ਦੀ ਵੈਲਿਊ 5π/4 ਹੈ, ਤਾਂ ਕਰਵ ਦੇ ਵਿੱਚ ਪੁੱਟ ਕਰਤਾ y ਦੀ ਵੈਲਿਊਜ਼ ਆ ਗਈ। ਹੁਣ ਤੁਸੀਂ ਨੇ ਇਹ ਐਕਸਰਸਾਈਜ਼ ਦੇ ਵਿੱਚ ਜੋ ਜਿੰਨੀਆਂ ਵੀ ਐਗਜ਼ਾਮਪਲਸ ਨੇ ਸਾਰੀਆਂ ਸੋਲਵ ਕਰ ਲੈਣੀਆਂ ਨੇਗੀਆਂ, ਓਕੇ।